So now Bessel's equation and functions. Now this is the 10th video lecture on this topic. So results ਜਿਹੜੇ ਅਸੀਂ ਕੈਰੀ ਫਾਰਵਰਡ ਅੱਜ ਦੇ ਲੈਕਚਰ ਦੇ ਵਿੱਚ ਯੂਜ਼ ਕਰਨੇ ਹੈਗੇ ਆ ਜੋ ਪ੍ਰੀਵੀਅਸ ਲੈਕਚਰਸ ਦੇ ਵਿੱਚ ਅਸੀਂ ਪ੍ਰੂਫ ਕੀਤੇ ਹੋਏ ਆ ਇਹੀ ਵਾਲੇ ਰਿਜ਼ਲਟਸ cos of x sin phi ਦੀ ਐਕਸਪੈਂਸ਼ਨ sin of x sin phi ਦੀ ਐਕਸਪੈਂਸ਼ਨ cos of x cos phi ਦੀ ਐਕਸਪੈਂਸ਼ਨ and sin of x cos phi ਦੀ ਐਕਸਪੈਂਸ਼ਨ ਇੱਕੋ ਸਲਾਈਡ ਦੇ ਵਿੱਚ ਮੈਂ ਲਿਖ ਦਿੱਤੇ ਹੈਗੇ so that you can compare it easily cos of x sin phi ਹੈਗਾ ਤਾਂ ਆਪਣੇ ਕੋਲ ਸਾਰੇ ਇਵਨ ਇੰਡੈਕਸਸ ठीक है और इवन इंडेक्सेस है ते जो इंडेक्स j ਦਾ ਹੈਗਾ ਉਹੀ ਆਪਣੇ ਕੋਲ cos ਦੇ ਐਂਗਲ ਦਾ ਮਲਟੀਪਲ ਬਣ ਜਾਏਗਾ cos 2 phi j4 ਹੈ ਤਾਂ cos 4 phi सिमिलरली a sin ਦੇ ਵਿੱਚ ਜਦੋਂ ਆਏਗਾ ਤਾਂ ਸਾਰੇ odd इंडेक्सेस और जो अपने को j ਦਾ इंडेक्स है वो sin ਦੇ ਐਂਗਲ ਦਾ ਮਲਟੀਪਲ ਪੂਰੇ 1 phi ਹੋ ਗਿਆ ਉਹਦੇ 3 phi ਹੋ ਗਿਆ ਉਹਦੇ 5 phi ਹੋ ਗਿਆ एंड बट जे cos of x cos phi जे अंदर अपने को cos phi ਆਊਗਾ then again even indexes है but symbols are alternative ਇਸ ਦੇ ਵਿੱਚ और ਇਸ ਦੇ ਵਿੱਚ ਇਹੀ डिफरेंस है कि symbols alternative ਹੋਗੇ ਤੇ ਜੇ sin of x cos phi ਆਊਗਾ ਤਾਂ ਇਹਨਾਂ ਦੋਵਾਂ ਦੇ ਵਿੱਚ ਕੀ ਡਿਫਰੈਂਸ ਹੈਗਾ ਜਿੱਥੇ ਜਿੱਥੇ sin ਹੈ ਤਾਂ ਪਹਿਲਾਂ ਉੱਥੇ cos ਹੋ ਗਿਆ and then alternative symbols so in this way you can remember these formulas now the questions based on these formulas so first question is prove that you have to show that integral 0 to pi cos of x sin phi cos 2k phi d phi is equals to pi j 2kx we have to prove this thing. So you can see in the integral we have the term cos x sin phi. So in the previous slide I have shown you the formula of cos of x sin phi which we have derived in the last lecture. So the first formula which we will use here this one cos of x sin phi क्योंकि integral ਦੇ ਵਿੱਚ ਇਹੀ term ਹੈਗੀ ਹੈ ਤਾਂ ਇਹ expansion ਅਸੀਂ ਆਪਣੇ question ਦੇ ਵਿੱਚ use ਕਰਾਂਗੇ. So we know that cos of x sin phi is equal to j naught x plus 2 cos 2 phi j2x plus 2 cos 4 phi j4x and so on. So integral ਦੇ ਵਿੱਚ ਇਸ ਟਰਮ ਦੇ ਨਾਲ ਕੀ ਮਲਟੀਪਲਾਈਡ ਹੈਗਾ cos 2k phi so मैंने इस टर्म ਨੂੰ cos 2k phi ਨਾਲ ਮਲਟੀਪਲਾਈ ਕਰ ਦਿੱਤਾ ਐਂਡ ਇੰਟੀਗਰਲ ਵੀ ਲੈ ਲਿਆ ਜੋ ਉਹਨੇ ਡਿਮਾਂਡ ਕੀਤਾ ਸੀ 0 to pi so ਇੰਟੀਗਰਲ ਵੀ ਅਪਲਾਈ ਕਰ ਲਿਆ ਬੂਥ ਸਾਈਡਸ ਐਂਡ cos 2k phi ਨਾਲ ਮਲਟੀਪਲਾਈ ਵੀ ਕਰ ਲਿਆ ਤੇ ਤੁਸੀਂ ਦੇਖ ਸਕਦੇ ਹੋ ਰਾਈਟ ਹੈਂਡ ਸਾਈਡ ਤੇ ਆ ਸਾਰੀ ਐਕਸਪੈਂਸ਼ਨ ਸੀ ਕਿ ਇਸ ਦੇ ਨਾਲ cos 2k phi ਮਲਟੀਪਲਾਈ ਹੋ ਗਿਆ ਐਂਡ ਦੈਨ ਇੰਟੀਗਰਲ ਵੀ ਅਪਲਾਈ ਹੋ ਗਿਆ 0 to pi ਹੁਣ ਕੀ ਕਰਨਾ ਹੈਗਾ ਇੰਟੀਗਰਲ ਕਿਉਂਕਿ ਵਿਦ ਰਿਸਪੈਕਟ ਟੂ phi ਹੈਗਾ ਇਹ ਸਾਡਾ so that means ਜਿਹੜੀਆਂ x ਵਾਲੀਆਂ ਟਰਮਸ ਹੈ they will be treated as constant for the integral so j naught x ਦੇ ਨਾਲ ਕੀ ਆਣਾ ਸੀਗਾ cos 2k phi only ਇਸ j naught x ਨਾਲ ਇਹ cos 2k phi ਮਲਟੀਪਲਾਈ ਹੋਗਾ but j naught x x ਵਾਲੀ ਟਰਮ ਹੈਗੀ ਹੈ ਇੰਟੀਗਰਲ ਤੋਂ ਬਾਹਰ ਲਿਖ ਸਕਦੇ ਹੋ ਇੰਟੀਗਰਲ ਸਿਰਫ ਆ ਗਿਆ cos 2k phi d phi ਸਿਮਿਲਰਲੀ ਸੈਕੰਡ ਟਰਮ ਦੇ ਵਿੱਚੋਂ j2 ਇੰਟੀਗਰਲ ਤੋਂ ਬਾਹਰ ਲਿਖ ਲਓ ਔਰ ਇਹਦੇ ਨਾਲ ਕੰਬਾਈਨ ਕੀ ਹੋ ਜਾਏਗਾ 2 cos 2 phi ਤੇ cos 2k phi ਇਹਨਾਂ ਦੋਵਾਂ ਨੂੰ ਮਲਟੀਪਲਾਈ ਕਰਕੇ ਇੰਟੀਗਰਲ ਦੇ ਵਿੱਚ ਹੀ ਰਹਿਣ ਦਿੱਤਾ सिमिलरली उरे 2j4x ਇਹ ਕਾਮਨ ਆ ਗਿਆ ਹੈਗਾ ਆਪਣੇ ਕੋਲ 2j4x ठीक है ਤੇ ਇੰਟੀਗਰਲ ਦੇ ਵਿੱਚ ਕੀ ਰਹਿ ਜਾਏਗਾ cos 4 phi and cos 2k phi and so on ਤੇ ਇੱਕ ਚੀਜ਼ ਉਰੇ ਹੁਣ ਅਗਰ ਅਸੀਂ ਨੋਟਿਸ ਕਰੀਏ ਇਹਦੀ ਜਨਰਲ ਟਰਮ ਬਣਾਉਣੇ ਹੈ ਕਿਉਂਕਿ ਐਕਸਪੈਂਸ਼ਨ ਇਨਫਾਈਨਾਈਟ ਹੈ so you can note in these integrals that you have cos 2 phi cos 2k phi cos 4 phi cos 2k phi that means cos 2 phi cos 4 phi even indexes ਚੱਲ ਰਹੇ ਹੈਗੇ एंगल्स से एंगल्स ਦੇ इवन मल्टीपल्स ਚੱਲ ਰਹੇ ਹਨ ਤਾਂ 2 4 ਅਗਲੇ ਅੱਗੇ ਆ ਜਾਏਗਾ 6 8 10 ਐਂਡ ਸੋ ਔਨ ਤਾਂ ਇਨ ਜਨਰਲ ਕਿਤੇ ਸਾਡੇ ਕੋਲ ਇਹ ਵਾਲੀ ਟਰਮ ਵੀ ਆਏਗੀ ਕਿ ਅੱਗੇ ਵਾਲਾ ਜਿਹੜਾ cos ਹੈ ਜਿਹੜਾ ਇਹ ਵਾਲਾ ਹੈ ਇਹਦੀ ਜਨਰਲ ਟਰਮ ਮੈਂ ਬਣਾਈ ਹੈ ਇਹਦੀ ਟਰਮ ਕੀ ਹੋਏਗੀ cos 2k phi ਜਨਰਲ ਟਰਮ ਔਰ ਇਹ ਵਾਲਾ cos 2k phi ਤਾਂ ਐਜ਼ ਇਟ ਇਜ਼ ਜੋ ਆਪਣੇ ਕੋਲ ਆਪਾਂ ਮਲਟੀਪਲਾਈ ਕੀਤਾ ਸੀ ਉਹੀ ਲੈ ਲਿਆ ठीक है ਤਾਂ ਕਿਤੇ ਨਾ ਜਾ ਕੇ ਤੁਹਾਡੇ ਕੋਲ ਇਹ ਵਾਲੀ ਟਰਮ ਵੀ ਜ਼ਰੂਰ ਆਏਗੀ ਕਿਉਂਕਿ cos 2k phi ਉਰੇ ਮਲਟੀਪਲਾਈ ਕਰਨ ਦਾ ਮਤਲਬ ਕੀ ਹੈ ਤੁਸੀਂ ਜਾਂ ਤਾਂ cos 2 phi ਮਲਟੀਪਲਾਈ ਕੀਤਾ ਜਾਂ 4 phi ਕੀਤਾ ਜਾਂ cos 6 phi ਕੀਤਾ ਜਾਂ cos 8 phi ਕੀਤਾ ਜਾਂ cos 10 phi ਕੋਈ ਨਾ ਕੋਈ ਤਾਂ ਕੀਤਾ ਹੀ ਹੈ ਤਾਂ ਜਿਹੜਾ ਵੀ ਕੀਤਾ ਹੈਗਾ ਇਵਨ ਮਲਟੀਪਲ 2 ਦਾ ਜਿਹੜਾ ਵੀ k ਦਾ ਇਵਨ ਮਲਟੀਪਲ ਤੁਸੀਂ ਕੀਤਾ ਹੈਗਾ ਉਰੇ ਤਾਂ ਉਹ ਕਿਤੇ ਨਾ ਕਿਤੇ ਜਾ ਕੇ ਜਿਹੜੇ ਹੈ ਦੋਵੇਂ ਸੇਮ ਤਾਂ ਬਣਨਗੇ ਹੀ ਬਣਨਗੇ ਸੋ ਸਪੋਜ਼ ਇਹ ਵਾਲੀ ਟਰਮ ਆਪਣੇ ਕੋਲ ਸੇਮ ਬਣ ਗਈ और बाहर केड़ा इंडेक्स ਹੁੰਦਾ j ਦਾ ਜੋ ਉਰੇ cos ਦਾ ਇੰਡੈਕਸ ਸੀਗਾ ਜੇ cos 4 phi ਹੈ ਤਾਂ j4x ਆਇਆ ਤਾਂ ਉਰੇ ਜੇਕਰ ਅਸੀਂ ਜਨਰਲ ਟਰਮ cos 2k phi ਲਿੱਤੀ ਹੈ ਤਾਂ ਬਾਹਰ ਕੀ ਆਏਗਾ j2kx so in this way I have made the general term for the corresponding terms now we will use these results in our integrals now these are the results only cos k phi into cos l phi ਜੇਕਰ ਇਹ ਵਾਲਾ ਇੰਟੀਗਰਲ ਹੋਵੇ and integral the limits on 0 to pi cos of k phi cos of l phi that means phi ਦੇ ਮਲਟੀਪਲਸ ਹੋ ਸਕਦੇ ਆ ਐਂਗਲਸ ਠੀਕ ਹੈ ਐਂਗਲਸ ਜਿਹੜੇ ਹੈ phi ਦੇ ਮਲਟੀਪਲਸ ਹੈ k phi l phi ਹੁਣ ਤੁਸੀਂ ਇਹ ਚੈੱਕ ਕਰਨਾ ਹੈ ਕਿ ਜਿਹੜਾ k ਹੈ ਉਹ ਕਿਤੇ l ਦੇ ਇਕੁਅਲ ਤਾਂ ਨਹੀਂ
जे नहीं इक्वल हैगा या माइनस एल द इक्वल दा नहीं, जे नहीं इक्वल हैगा then the integral will be 0. But if your k is equal to plus minus l, then your integral will be pi by 2. You can solve this integral simply by multiplying it by 2 and divide it by 2, 2 cos k phi. You can simplify it and obtain these results. So I am using directly these results in my question. 2 cos k phi cos l phi इसको solve करोगे then 2 cos a cos b का formula लग जाऊगा cos k plus l phi, ठीक है, cos a plus b प्लस cos a minus b। इस तरह ਤੁਸੀਂ ਇਸ ਇੰਟੀਗਰਲ ਨੂੰ ਸੋਲਵ ਕਰ ਸਕਦੇ ਹੋ। ਦੈਨ ਉਹਨੇ ਇੰਟੀਗ੍ਰੇਸ਼ਨ ਹੋ ਜਾਏਗੀ ਤੁਹਾਡੀ ਸਾਈਨ ਦੇ ਵਿੱਚ ਚੇਂਜ ਹੋ ਕੇ, ਦੈਨ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਕਰਿਓ ਔਰ ਇਹ ਕੰਡੀਸ਼ਨਸ ਅਪਲਾਈ ਕਰਕੇ ਦੇਖਿਓ। ਜਦੋਂ k ਤੇ l ਨੂੰ ਤੁਸੀਂ ਬਰਾਬਰ ਨਹੀਂ ਲਾਓਗੇ ਦੈਨ ਇੰਟੀਗਰਲ ਤੁਹਾਡਾ 0 ਆਏਗਾ। ਬਟ whenever you take k is equal to plus minus l you will have pi by 2 because ਜਦੋਂ k is equals to ਤੁਸੀਂ l ਲਾਓਗੇ ਨਾ ਤਾਂ ਇਹ ਟਰਮ ਤੁਹਾਡੇ ਕੋਲ ਕੀ ਬਣ ਜਾਣੀ ਹੈ cos square k phi। if your k is equal to l then it will become cos square k phi and cos square k phi ਨੂੰ ਫਿਰ ਕਿਵੇਂ ਸੋਲਵ ਕਰੋਗੇ 1 plus cos 2k phi by 2। ਇਸ ਤਰ੍ਹਾਂ ਤੁਸੀਂ ਉਹਨੂੰ ਸਿੰਪਲੀਫਾਈ ਕਰੋਗੇ ਔਰ ਇਹਦੇ ਵਿੱਚ ਫਿਰ ਇੰਟੀਗਰਲ ਕਰਨ ਤੋਂ ਬਾਅਦ ਲਿਮਿਟਸ ਅਪਲਾਈ ਕਰੋਗੇ 0 to pi, then you will get the answer pi by 2। but whenever you take k not equal to plus minus l then ਉਹ 2 ਨਾਲ ਮਲਟੀਪਲਾਈ ਡਿਵਾਈਡ ਕਰਕੇ ਜੋ ਮੈਂ ਪ੍ਰੀਵੀਅਸਲੀ ਦੱਸਿਆ ਹੈਗਾ ਉਵੇਂ ਸੋਲਵ ਕਰੋਗੇ then you will see that you will get the answer 0। so you have to remember these two results। whenever your k is equal to plus minus l then the integral will be pi by 2 and when your k is not equal to plus minus l then the integral will be 0। so I have to apply these two results in my question। you can see after the calculation of the previous step, in the previous step ਪੂਰੇ ਆਪਣੇ ਕੋਲ ਕੀ ਸੀਗਾ ਕੱਲਾ ਇੰਟੀਗਰਲ cos 2k phi ਸੀਗਾ ਇੰਟੀਗਰਲ ਦੇ ਵਿੱਚ I am showing you। you can see the first term is only cos 2k phi। ਤਾਂ ਉਰੇ ਇਹ ਵਾਲਾ ਫਾਰਮੂਲਾ ਜੋ ਰਿਜ਼ਲਟ ਮੈਂ ਦੱਸਿਆ ਉਹ ਨਹੀਂ ਅਪਲਾਈ ਹੋ ਰਿਹਾ, ਉਰੇ ਸਿੰਪਲ ਇੰਟੀਗ੍ਰੇਸ਼ਨ ਕਰ ਦਿੱਤੀ cos 2k phi the integration sin 2k phi upon 2k and limits apply हो गया 0 to pi। but in the second term you can see in the second term this one ਇਸ ਦੇ ਵਿੱਚ ਤੁਸੀਂ ਦੇਖੋ cos 2 phi and cos 2k phi that means k ਤੁਹਾਡੇ ਲਈ suppose 2 ਹੋ ਗਿਆ ਔਰ l ਤੁਹਾਡੇ ਲਈ 2k ਹੋ ਗਿਆ and both are not equal। ਤਾਂ ਇਸ ਦੇ ਵਿੱਚ ਇਹ ਫਾਰਮੂਲਾ ਅਪਲਾਈ ਹੋ ਗਿਆ ਹੈਗਾ ਇਸ ਟਰਮ ਦੇ ਵਿੱਚ। ਤਾਂ ਜਦੋਂ ਇਹ ਦੋਵੇਂ ਇਕੁਅਲ ਨਹੀਂ ਹੁੰਦੇ then ਆਨਸਰ ਕੀ ਹੁੰਦਾ ਇਸ ਦਾ 0। ਤਾਂ ਹੀ ਕਰਕੇ ਨੈਕਸਟ ਸਟੈਪ ਦੇ ਵਿੱਚ ਇਹਨੂੰ 0 ਲਿਖ ਦਿੱਤਾ। सिमिलरली इसका भी आंसर क्या आ जाएगा 0। इक्वल किथे जाके आए ताही मैं इक्वल वाला स्टेप लिखिया सीगा इक्वल उरे हैगे इना दोवां दे विच 2k phi तो इस इंटीग्रल दा आंसर होएगा pi by 2। तो in the next step we have substituted the corresponding values। you can see j2 ਦੇ ਨਾਲ ਇੰਟੀਗਰਲ ਦਾ ਆਨਸਰ 0 ਸੀ, j4 ਦੇ ਨਾਲ ਵੀ 0 ਸੀ, ਇਸੇ ਤਰ੍ਹਾਂ ਬਾਕੀ ਸਾਰੇ ਵੀ 0 ਹੋਣੇ ਸੀ। ਸਿਰਫ ਤੁਹਾਡੇ ਕੋਲ ਇਸ ਦਾ ਆਨਸਰ ਕੀ ਆਣਾ ਸੀਗਾ pi by 2 ਔਰ ਬਾਕੀ ਅੱਗੇ ਵੀ ਸਾਰੇ ਕੀ ਹੋਣਗੇ 0। ਸੋ ਤੁਸੀਂ ਦੇਖ ਸਕਦੇ ਹੋ ਹੁਣ ਤੁਹਾਡੇ ਕੋਲ ਇਹੀ ਦੋ ਟਰਮਸ ਰਿਮੇਨਿੰਗ ਰਹਿ ਗਈਆਂ ਬਟ ਇਹਦੇ ਵਿੱਚ ਜਿਹੜੀ ਫਸਟ ਟਰਮ ਹੈ ਇਹ ਵਾਲੀ ਜਿਹੜੀ ਫਸਟ ਟਰਮ ਹੈ ਇਸ ਦੇ ਵਿੱਚ ਅਸੀਂ ਅਪਰ ਲਿਮਿਟ ਪਾਈ ਪੁੱਟ ਕਰਨੀ ਹੈ ਔਰ ਲੋਅਰ ਲਿਮਿਟ 0 ਪੁੱਟ ਕਰਨੀ ਹੈ। ਜਦੋਂ ਅਸੀਂ ਅਪਰ ਲਿਮਿਟ ਪਾਈ ਉਰੇ ਸਬਸਟੀਟਿਊਟ ਕਰਾਂਗੇ ਯੂ ਵਿਲ ਗੈਟ sin 2k pi but sin 2k pi is 0 and whenever you substitute lower limit you will get sin 0 which is also 0। so ਪਹਿਲੀ ਟਰਮ ਵੀ ਤੁਹਾਡੇ ਕੋਲ ਖਤਮ ਹੋ ਜਾਏਗੀ ਇਹ ਵੀ ਵੈਨਿਸ਼ ਹੋ ਜਾਏਗੀ ਸਿਰਫ ਇਹ ਟਰਮ ਪੈਂਡਿੰਗ ਰਹਿ ਗਈ ਔਰ ਇਹ ਟਰਮ ਕੀ ਹੈ 2 ਨਾਲ 2 ਕੈਂਸਲ pi j2kx और यही ऐसी प्रूफ करना है। so the next question is show that integral 0 to pi cos x sin phi cos 2k plus 1 phi d phi। बस डिफरेंस ये है लास्ट क्वेश्चन दे नालों उथे cos दा इवन मल्टीपल सीगा phi दा इवन मल्टीपल सीगा बट उरे ऑड मल्टीपल आ गया। so स्टेप्स उਵੇਂ ही है बट इस बार आंसर 0 ही आएगा अपना। you can see why it is 0 because क्योंकि cos x sin phi दी एक्सपेंशन ਅਸੀਂ ਲਿਖੀ ਇਸ ਦੇ ਵਿੱਚ ਸਾਰੇ cos ਦੇ ਜਿਹੜੇ ਇੰਡੈਕਸਿਸ हैं they are the cos the ਜਿਹੜੇ angles हैं they are the even multiples of phi but we have to multiply now with the odd multiple of phi cos 2k plus 1 phi। so same calculation perform कर रहे हैं ਅਸੀਂ cos x sin phi ਨਾਲ cos 2k plus 1 phi multiply ਕੀਤਾ and integral apply ਕੀਤਾ ਦੋਵੇਂ ਸਾਈਡਸ ਤੇ ਤੇ ਇਸ ਦੇ ਵਿੱਚ ਫਸਟ ਟਰਮ ਦੇ ਲਈ ਉਸੇ ਤਰ੍ਹਾਂ ਹੀ ਸੇਮ j0 x ਬਾਹਰ ਆ ਗਿਆ ਇੰਟੀਗਰਲ ਤੋਂ ਔਰ ਇੰਟੀਗਰਲ ਚ ਕੱਲਾ ਰਹਿ ਗਿਆ cos 2k plus 1 phi d phi। ਤੇ ਇਸੇ ਤਰ੍ਹਾਂ ਸੈਕੰਡ ਟਰਮ ਚੋਂ 2j2x ਬਾਹਰ ਆ ਗਿਆ अंदर इंटीग्रल दे रह गया cos 2 phi cos 2k plus 1 phi। सिमिलरली फिर इस दे विचों 2j4x बाहर आ गया cos 4 phi cos 2k plus 1 phi d phi and so on। ਤੇ बट इस दे विच तुसी देख सकते हो किते भी एंगल जेड़ा है वो सेम नहीं बनेगा because here we are running this first cos over the even multiples of phi but we have to multiply cos 2k plus 1 phi which is a odd multiple। so nowhere you will get
these two cos as same angles, ਇਹਨਾਂ ਦੋਵੇਂ cos ਦਾ ਕਦੇ ਵੀ same angle ਨਹੀਂ ਆਊਗਾ ਕਦੇ ਵੀ। ਸੋ ਇਸੇ ਕਰਕੇ ਮੈਂ ਇਹਨੂੰ ਸੋ ਔਨ ਕਰਕੇ ਛੱਡਤਾ। ਇਹਦੀ ਜਨਰਲ ਟਰਮ ਜੇ ਤੁਸੀਂ ਬਣਾਓਗੇ cos 2k phi cos 2k plus 1 phi, ਤਾਂ ਮਤਲਬ ਕਦੇ ਵੀ ਸੇਮ ਨਹੀਂ ਆਊਗਾ। और फिर वही सेम रिजल्ट उरे एप्लीकेबल है। अगर कदे भी सेम नहीं आऊगा तो हर एक इंटीग्रल उरे की होएगा साडा जीरो ही होएगा। ये वाला केस आएगा ही नहीं इस दिन, क्योंकि कदे भी दोवें इक्वल नहीं होने। तो फर्स्ट इंटीग्रल उसी तरह ही ਅਸੀਂ ਸੋਲਵ ਕੀਤਾ ਹੈਗਾ, ਕਿਉਂਕਿ ਉਹਦੇ ਵਿੱਚ ਕੱਲਾ cos ਸੀਗਾ, ਉਹਦੀ ਇੰਟੀਗ੍ਰੇਸ਼ਨ ਹੋਗੀ sin 2k plus 1 phi over 2k plus 1 0 to pi अपर लिमिट माइनस लोअर लिमिट कर दवांगे। ਤੇ ਬਾਕੀ ਸਾਰੇ ਇੰਟੀਗਰਲਸ ਮੈਂ ਜ਼ੀਰੋ ਕਰ ਦਿੱਤੇ, ਕਿਉਂਕਿ ਕਦੇ ਵੀ ਦੋਵੇਂ cos ਜਿਹੜੇ ਹੈ ਉਹਨਾਂ ਦੇ ਐਂਗਲ ਸੇਮ ਨਹੀਂ ਆਉਂਦੇ। ਸੋ ਇਸ ਕਰਕੇ ਜਿਹੜਾ ਫਸਟ ਇੰਟੀਗਰਲ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਜੋ ਅਸੀਂ ਸੋਲਵ ਕੀਤਾ ਹੈ। ਜੇ ਅਪਰ ਲਿਮਿਟ ਪਾਈ ਇਹਦੇ ਵਿੱਚ ਸਬਸਟੀਟਿਊਟ ਕਰਾਂਗੇ sin 2k plus 1 pi which is 0, and ਜੇ ਲੋਅਰ ਲਿਮਿਟ ਪੁੱਟ ਕਰਾਂਗੇ sin 0 that is again 0. So now in this question we all have all the integrals equal to 0, therefore the result is equals to 0. Okay. Prove that j0 square x plus 2j1 square x plus 2j2 square x, इसी तरह सारे 2 times होंगे 2j3 square 2j4 square and so on, and we have to prove this is equals to 1. The result is equals to 1. We have to prove it. So to prove this question again we will use the formulas cos of x sin phi, which contains the even indexes j0 j2 j4, and sin of x sin phi which contains the odd indexes j1 j3 j5, ਜਿਹੜੇ ਅਸੀਂ ਪਿਛਲੇ ਲੈਕਚਰਸ ਦੇ ਵਿੱਚ ਡਿਰਾਈਵ ਕੀਤੇ हैं। ਅੱਜ ਦੇ ਸਟਾਰਟਿੰਗ ਲੈਕਚਰ ਦੇ ਵਿੱਚ ਵੀ ਮੈਂ ਸ਼ੋ ਕੀਤੇ ਸੀਗੇ, ਸੇਮ ਉਹ ਫਾਰਮੂਲਾਸ ਉੱਥੋਂ ਕਾਪੀ ਕੀਤੇ हैं। Now because you need j0 square j2 square j4 square and j1 square j3 square j5 square, so I have to use both these formulas and I have to do their squaring because I need j0 square j2 square, so I will do the squaring on both sides. So पहला फर्स्ट इक्वेशन दी करते हैं, फिर बाद में सेकंड की करेंगे, वन बाय वन करेंगे। So पहला फर्स्ट दी कितनी स्क्वायरिंग बोथ साइड्स, in the left hand side you will have cos square x sin phi, and to find the square of the right hand side, because you will got here the whole square of this term, and whenever you solve the whole square, for example if you have only two terms then you will write a square plus b square plus 2ab. If you have only two terms in the whole square then the formula is a square plus b square plus 2ab, यानी कि ਕੱਲੇ ਕੱਲੀ ਟਰਮ ਦਾ ਸਕੁਅਰ ਹੁੰਦਾ ਹੈ, ਫਿਰ 2 ਟਾਈਮਸ ਦੋ ਦੋ ਦੇ ਪੇਅਰਸ ਬਣਾ ਕੇ ਅਸੀਂ ਕਰਦੇ ਹੈਗੇ। ਤੇ ਜਦੋਂ ਆਪਣੇ ਕੋਲ 3 ਦਾ ਆ ਜਾਂਦਾ ਫਿਰ ਉਹਦੇ ਵਿੱਚ ਆ ਜਾਂਦਾ 2ab 2bc 2ca, ਤਾਂ ਫਿਰ ਉਹੀ ਚੀਜ਼ ਹੈ, ਪਹਿਲਾਂ ਕੱਲੇ ਕੱਲੇ ਦਾ ਸਕੁਅਰ ਹੋਊਗਾ a square plus b square plus c square plus 2ab plus 2bc plus 2ca। ਜੇ 4 ਦਾ ਆ ਜਾਊਗਾ ਉਹ ਵੀ ਇਸੇ ਤਰ੍ਹਾਂ a square plus b square plus c square plus b square 2ab 2ac 2ad 2bc 2bd 2cd, ਇਸ ਤਰ੍ਹਾਂ 4 ਵਾਲੇ ਦਾ ਬਣੇਗਾ, ਫਿਰ ਦੋ ਦੋ ਦੇ ਪੇਅਰਸ ਬਣਦੇ। ਤਾਂ ਇਹੀ ਟੈਕਨੀਕ ਨਾਲ ਮੈਨੇ ਜਿਹੜਾ ਹੈ ਰਾਈਟ ਹੈਂਡ ਸਾਈਡ ਦਾ ਹੋਲ ਸਕੁਅਰ ਸੋਲਵ ਕੀਤਾ। ਯੂ ਕੈਨ ਸੀ ਪਹਿਲਾ ਸੀਗਾ j0x ਕੱਲੇ ਕੱਲੇ ਟਰਮ ਦਾ ਸਕੁਅਰ ਲਿਖਿਆ, j0x ਦਾ ਸਕੁਅਰ j0 ਸਕੁਅਰ, ਫਿਰ ਇਸ ਦਾ ਸਕੁਅਰ ਕੀਤਾ ਇਹ ਬਣ ਗਿਆ 4 cos square 2 phi j2 ਸਕੁਅਰ, ਇਸ ਦਾ ਸਕੁਅਰ ਕੀਤਾ ਇਹ ਬਣ ਗਿਆ 4 cos square 4 phi j4 ਸਕੁਅਰ ਐਂਡ ਸੋ ਔਨ। ਠੀਕ ਹੈ, ਬਾਕੀਆਂ ਦੇ ਵੀ ਹੋਲ ਸਕੁਅਰਸ ਆਉਣਗੇ, ਉਹ ਸੋ ਔਨ ਕਰਕੇ ਛੱਡ ਦਿੱਤਾ। ਨੈਕਸਟ ਹੁਣ 2ab यानी कि ਇਹ ਤੁਹਾਡੇ ਲਈ a ਹੈ ਔਰ ਇਹ ਤੁਹਾਡੇ ਲਈ b ਹੈ। 2ab ਵਾਲੀ ਟਰਮ ਸੋਲਵ ਕਰੋ ਤਾਂ ਇੱਕ 2 ਆਲਰੇਡੀ ਹੈਗਾ ਉਹਨੇ, ਤਾਂ 2 2 ਦਾ 4 ਹੋ ਗਿਆ। ਠੀਕ ਹੈ, ਇੱਕ 2 ਆਪਣੇ ਕੋਲ ਫਾਰਮੂਲੇ ਦੇ ਵਿੱਚੋਂ ਆ ਗਿਆ, 4 ਬਣ ਗਿਆ, ਤੇ ਇਹਨਾਂ ਦੋਵਾਂ ਦੀ ਮਲਟੀਪਲੀਕੇਸ਼ਨ ਕੀਤੀ ਹੈ j0 j2 cos 2 phi। ਫਿਰ ਉਸ ਤੋਂ ਬਾਅਦ ਇਸੇ ਦੀ ਹੋਈ j0 ਦੀ ਹੀ ab ਕਰ ਲਿਆ ਸੀ, ਹੁਣ ac ਇਹਦੇ ਨਾਲ ਮਲਟੀਪਲਾਈਕੇਸ਼ਨ ਕੀਤੀ ਹੈ, ਤਾਂ ਇਹ ਬਣ ਜਾਏਗਾ 4 j0 j4 cos 4 phi। ਫਿਰ ਇਹਨਾਂ ਦੋਵਾਂ ਦੀ ਆਪਸ ਵਿੱਚ ਕੀਤੀ ਹੈ 2 ABAC ਹੋ ਗਿਆ, ਹੁਣ 2BC ਕਰਨ ਲੱਗਿਆ, ਇਹਨਾਂ ਦੋਵਾਂ ਦੀ ਮਲਟੀਪਲੀਕੇਸ਼ਨ, ਤਾਂ 2 2 ਦਾ 4 ਉਰੇ ਸੀਗਾ, ਤਾਂ 1 2 ਆਪਣਾ ਫਾਰਮੂਲੇ ਦਾ 8 ਹੋ ਗਿਆ, j2x j4x cos 4 phi and cos 2 phi, ਐਂਡ ਇਸੇ ਤਰ੍ਹਾਂ ਅੱਗੇ ਵੀ ਪ੍ਰੋਡਕਟਸ ਜਿਹੜੀਆਂ ਹੈਗੀਆਂ ਇਹ ਸਾਡੇ ਕੋਲ ਚੱਲਦੀਆਂ ਰਹਿੰਦੀਆਂ। ਨਾਓ we will apply integral on both sides with respect to phi, and phi varies from 0 to pi. So left side ਤੇ integral 0 to pi apply ਹੋ ਗਿਆ। ਹੁਣ ਰਾਈਟ ਸਾਈਡ ਤੇ ਉਸੇ ਤਰ੍ਹਾਂ ਹੀ j0 ਸਕੁਅਰ ਦੇ ਨਾਲ ਕੱਲਾ j0 ਸਕੁਅਰ ਸੀਗਾ, ਸੋ ਇੰਟੀਗਰਲ 0 to pi 1 d phi, ਕਿਉਂਕਿ ਇੰਟੀਗਰਲ ਵਿਦ ਰਿਸਪੈਕਟ ਟੂ phi ਕਰਨਾ ਅਸੀਂ, ਤਾਂ ਇੰਟੀਗਰਲ ਦੇ ਵਿੱਚ 1 ਮੰਨ ਕੇ ਵਿਦ ਰਿਸਪੈਕਟ ਟੂ phi ਇੰਟੀਗ੍ਰੇਸ਼ਨ ਕਰਾਂਗੇ। ਸੈਕੰਡ ਟਰਮ ਸੀਗੀ 4 j2 ਸਕੁਅਰ cos square 2 phi, ਸੋ cos square 2 phi ਦੀ ਇੰਟੀਗ੍ਰੇਸ਼ਨ 0 to pi ਦੇ ਵਿੱਚ। ਫਿਰ ਥਰਡ ਟਰਮ ਸੀ 4 j4 ਸਕੁਅਰ cos square 4 phi, ਤਾਂ cos square 4 phi ਦੀ ਇੰਟੀਗ੍ਰੇਸ਼ਨ ਵਿਦ ਲਿਮਿਟ 0 to pi, ਐਂਡ ਸਿਮਿਲਰਲੀ ਅਗਲੀਆਂ ਟਰਮਸ ਦੇ ਵਿੱਚ ਵੀ ਇੰਟੀਗਰਲਸ ਜਿਹੜੇ ਹੈਗੇ ਅਸੀਂ ਅਪਲਾਈ ਕਰ ਦਿੱਤੇ ਹੈ।
ਜਿਹੜਾ ਆਪਣੇ ਕੋਲ 2ab ਵਾਲੀ ਟਰਮ ਬਣੀ ਸੀ 4j0x j2x ਇਹ ਬਾਹਰ ਆ ਗਿਆ ਇੰਟੀਗਰਲ ਤੋਂ ਉੱਥੇ ਕੱਲਾ cos 2phi ਸੀ ਉਹਦੀ ਇੰਟੀਗ੍ਰੇਸ਼ਨ ਸਿਮਿਲਰਲੀ cos 4phi ਔਰ ਇਹਨਾਂ ਦੋਵਾਂ ਦੀ ਇੰਟੀਗ੍ਰੇਸ਼ਨ ਤੇ ਹੁਣ ਇਸ ਨੂੰ ਸਿੰਪਲੀਫਾਈ ਕਰਦੇ ਹਾਂ ਇੰਟੀਗ੍ਰੇਸ਼ਨ ਨੂੰ ਕਿਵੇਂ ਹੋਣੀ ਹੈ ਫਸਟ ਇੰਟੀਗਰਲ ਦੇ ਵਿੱਚ ਕੱਲਾ 1 ਸੀਗਾ 1 ਦੀ ਇੰਟੀਗ੍ਰੇਸ਼ਨ phi ਹੋਗੀ ਔਰ phi ਦੇ ਵਿੱਚ ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਕਰੋਗੇ pi upper limit है 0 lower limit है pi minus 0 that means you will got only pi cos square 2 phi है ਇਸ ਦੇ ਵਿੱਚ ਤੁਸੀਂ ਜਿਹੜਾ ਹੈ cos square 2 phi ਦੀ ਇੰਟੀਗ੍ਰੇਸ਼ਨ ਇਸ ਤਰ੍ਹਾਂ ਸੋਲਵ ਕਰ ਸਕਦੇ ਹੋ ਜਾਂ ਜੋ ਆਪਾਂ ਪ੍ਰੀਵੀਅਸ ਫਾਰਮੂਲਾਜ਼ ਹੁਣੀ ਦੇਖੇ ਸੀ ਕਿ cos square 2 phi ਦਾ ਮਤਲਬ ਇੰਟੀਗਰਲ 0 to pi ਦੇ ਵਿੱਚ ਜਿਹੜੇ cos k phi cos l phi ਸੀ k equal to l ਹੋ ਗਿਆ ਜੇ ਸਕੁਆਇਰ ਲਿਖਿਆ ਹੈਗਾ k is equals to ਜੇ l ਹੁੰਦਾ ਤਾਂ that means ਇਹਦਾ ਆਨਸਰ ਹੁੰਦਾ pi by 2 so that's why ਇਹਨੂੰ pi by 2 ਲਿਖ ਦਿੱਤਾ Similarly, cos square 4 phi है, that is, इस दे विच भी असी कह सकते हैं k equals to l हो गया, that's why pi by 2 लिख देता. पूरे कल्ला cos 2 phi सीगा, कल्ला जेकर cos 2 phi है, इहदी इंटीग्रेशन की होएगी sin 2 phi by 2. कल्ला cos 2 phi जेकर हैगा, और अपर लिमिट माइनस लोअर लिमिट करनी है, तो sin 2 pi भी 0 होएगा और sin 0 भी 0 होएगा. तो इस करके 0 आ गया. cos 4 phi है, ये भी इसी तरह 0 आ जाएगा. इहदी इंटीग्रेशन सिंपल sin 4 phi by 4 और अपर लिमिट माइनस लोअर लिमिट करोगे 0. ਤੇ ਉਰੇ ਤੁਸੀਂ ਦੇਖ ਸਕਦੇ ਹੋ ਸੇਮ ਉਸੇ ਤਰ੍ਹਾਂ ਦੋ cos ਹੈਗੇ ਔਰ k not equal to l ਹੈਗਾ so that's why ਇਹ ਇੰਟੀਗਰਲ ਦਾ ਆਨਸਰ ਸਿੱਧਾ ਸਾਡੇ ਕੋਲ 0 ਲਿਖਿਆ ਗਿਆ ਹੈ so in this way you have find the values of all the integrals so that means you are remaining with only this term pi j naught square ਫਿਰ ਇਸ ਦੇ ਵਿੱਚੋਂ ਕੀ ਬਚੇਗਾ 2j2 square x pi pi ਅਸੀਂ ਕਾਮਨ ਲੈ ਲਿਆ ਕਿਉਂਕਿ ਸਾਰਿਆਂ ਚੋਂ ਤਾਂ 2j2 square ਇਸ ਤੋਂ ਬਚੇਗਾ 2j4 square ਔਰ ਬਾਕੀ ਸਾਰੇ ਜਿਹੜੇ ਇੰਟੀਗਰਲ ਸੀਗੇ ਉਹ ਸਾਡੇ 0 ਹੋ ਗਏ the cos square x sin phi ਦਾ ਜਿਹੜਾ ਇੰਟੀਗਰਲ ਹੈ ਉਹ ਸਾਡੇ ਕੋਲ ਇਹਦੇ ਬਰਾਬਰ ਆ ਗਿਆ and I have marked it as equation number 3 so simply you can say that ਕਿ ਸਾਡੇ ਕੋਲ ਕੀ ਬਣਿਆ ਇੰਟੀਗਰਲ cos square x sin phi ਜਿਹੜਾ ਹੈ ਕਿਉਂਕਿ cos x sin phi ਦੇ ਵਿੱਚ j0 ਸੀ j2 ਸੀ j4 ਸੀ ਤਾਂ ਇਹਨਾਂ ਦੇ ਸਕੁਆਇਰਸ ਆ ਗਏ ਇਹਦੇ ਕੋਲ ਅੱਗੇ 2 ਨਹੀਂ ਸੀਗਾ ਤਾਂ ਇਸ ਕਰਕੇ ਇਕੱਲਾ ਹੀ ਆਇਆ j0 square you can see ਇਕੱਲਾ ਹੀ ਆਇਆ j0 square ਔਰ ਇਹਨਾਂ ਦੇ ਅੱਗੇ 2 ਸੀਗਾ 2j2x ਤੇ 2j4x ਤਾਂ ਇਹਨਾਂ ਅੱਗੇ 2 ਆ ਗਿਆ ਹੈ 2j2 square and 2j4 square and so on ਤਾਂ ਇਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਇਹ ਰਿਲੇਸ਼ਨ ਬਣਿਆ ਹੈਗਾ ਤਾਂ ਅਸੀਂ ਜਿਹੜਾ sin square ਵਾਲਾ ਰਿਲੇਸ਼ਨ ਹੈ ਫਿਰ ਉਹ ਸਿਮਿਲਰਲੀ ਕਰਕੇ ਜਿਹੜਾ ਹੈ ਉਹ ਡਰਾ ਕਰ ਲਾਂਗੇ ਕਿਉਂਕਿ sin square ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਆਡ ਸੀਗੇ ਆਪਣੇ ਕੋਲ j1x j3 j5 ਇਹਨਾਂ ਦੇ ਸਕੁਆਇਰਸ ਆ ਜਾਣਗੇ ਔਰ ਹਰੇਕ ਕੋਈ 2 ਟਾਈਮਸ ਸੀਗਾ ਇਸ ਦੇ ਵਿੱਚ ਇਸ ਕਰਕੇ ਇਹਦੇ ਵਿੱਚ ਸਾਰਿਆਂ ਦੇ ਲਈ 2 ਟਾਈਮਸ ਆਏਗਾ 2j1 square 2j3 square 2j5 square and so on ये सिमिलरली करके डिराइव किया हैगा you can also solve it by the same method and you will get the same result so क्योंकि सिमेट्री ਸੀਗੀ ਰਿਜ਼ਲਟ ਦੇ ਵਿੱਚ ਜਿਸ ਤਰ੍ਹਾਂ ਉਹਦੇ ਵਿੱਚ ਟਰਮ ਸੀਗੀਆਂ ਉਸੇ ਤਰ੍ਹਾਂ ਇਹਦੇ ਵਿੱਚ ਸੀਗੀਆਂ ਤਾਂ ਇਸ ਕਰਕੇ ਮੈਂ ਇਹਨੂੰ ਇੱਥੋਂ ਦੀ ਡਾਇਰੈਕਟਲੀ ਕਾਪੀ ਕਰ ਲਿਆ ਤੇ ਨਾਓ ਜੇ ਤੁਸੀਂ ਇਹਨਾਂ ਥਰਡ ਤੇ ਫੋਰਥ ਨੂੰ ਦੋਵਾਂ ਨੂੰ ਐਡ ਕਰ ਦੋਗੇ ਕਿਉਂਕਿ ਸਕੁਅਰਿੰਗ ਕੀਤੀ ਹੋਈ ਹੈ ਐਡਿੰਗ ਕਰ ਦਿੱਤੀ ਤਾਂ ਕਿ ਇਹ ਰਾਈਟ ਸਾਈਡ ਆਫ ਲੈਫਟ ਸਾਈਡ ਜਿਹੜੀ ਹੈ ਆਪਣੇ ਕੋਲ cos square sin square 1 ਬਣ ਜਾਏਗੀ ਫਿਰ ਉਹ ਈਜ਼ੀਲੀ ਸੋਲਵ ਹੋ ਜਾਊਗਾ ਤੇ ਰਾਈਟ ਸਾਈਡ ਤੇ ਜੇ ਆਪਾਂ ਦੋਵੇਂ ਟਰਮਸ ਨੂੰ ਐਡ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਟਰਮਸ ਕੰਟੀਨਿਊਏਸ਼ਨ ਚ ਹੋ ਗਈਆਂ ਯੂ ਕੈਨ ਸੀ j0 ਸਕੁਅਰ ਇੱਥੇ ਹੈ j1 ਇੱਥੇ ਹੈ ਇਹਨਾਂ ਦੋਵਾਂ ਨੂੰ ਐਡ ਕਰਨਾ ਹੈਗਾ ਕਿਉਂਕਿ ਆਪਾਂ j0 ਸਕੁਅਰ ਤੋਂ ਬਾਅਦ ਆ ਜਾਊਗਾ j1 ਸਕੁਅਰ ਫਿਰ ਆ ਜਾਊਗਾ j2 ਸਕੁਅਰ ਫਿਰ j3 ਸਕੁਅਰ ਫਿਰ j4 ਸਕੁਅਰ ਫਿਰ j5 ਸਕੁਅਰ ਐਂਡ ਸੋ j0 ਸਕੁਅਰ 1 टाइम्स है बाकी सारे 2 टाइम्स तो राइट साइड पे मैंने यही लिखा हुआ है j0 स्क्वायर 1 टाइम्स और बाकी सारे 2 टाइम्स ठीक है ते लेफ्ट हैंड साइड हुन बस सिंपलीफाई करनी है cos स्क्वायर प्लस sin स्क्वायर की बन गया 1 1 ਦੀ ਇੰਟੀਗ੍ਰੇਸ਼ਨ 5 और अपर लिमिट माइनस लोअर लिमिट ਕਰਦੇ ਪਏ ਆ ਤੇ अपर लिमिट माइनस लोअर लिमिट ਕਰਕੇ पाई ਬਚੇਗਾ ਔਰ ਇਹ ਜਿਹੜਾ पाई ਕਾਮਨ ਸੀਗਾ ਇਹ ਦੋਵੇਂ ਇਹ ਆਪਸ ਵਿੱਚ ਕੈਨਸਲ ਹੋ ਜਾਣਗੇ ਐਂਡ ਆ ਜਿਹੜੀ ਬ੍ਰੈਕਟ ਹੈ ਇਹੀ ਅਸੀਂ ਡਿਰਾਈਵ ਕਰਨੀ ਸੀ and we have to prove that this is equal to 1 so all this is the about the example